ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਲਖਵਿੰਦਰ ਸਿੰਘ ਮਾਨ, ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਖਬਰ ਇਹ ਕਿ ਬਹਿਬਲ ਕਲਾ ਕਾਂਡ ਦੇ ਉੱਪਰ ਬੇਅਦਬੀ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਨੂੰ ਇੱਕ ਵੱਡੀ ਜਿੱਤ ਨਸੀਬ ਹੋਈ ਹੈ, ਜਿਸ ਨੂੰ ਲੈ ਕੇ ਕਿ ਚੰਨੀ ਸਰਕਾਰ ਜਦੋਂ ਤੋਂ ਹੋਂਦ ਵਿੱਚ ਆਈ ਸੀ ਐਕਸ਼ਨ ਦੇ ਵਿੱਚ ਸੀ। ਸੋ ਐਕਸ਼ਨ ਦਾ ਰਿਜ਼ਲਟ ਮਿਲਿਆ ਇੱਕ ਵੱਡੀ ਜਿੱਤ। ਕੀ ਜਿੱਤ ਹੈ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਵੱਡੇ ਬਿਆਨ ਦੀ, ਜੋ ਕਿ ਕਾਲੇ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦਾਗਿਆ ਹੈ। ਸੋ ਕੀ ਹੈ ਉਹ ਬਿਆਨ, ਉਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਣਖੀ ਸਾਹਿਬ, ਕੱਲ ਇੱਕ ਬਹੁਤ ਵੱਡੀ ਜਿੱਤ ਬਹਿਬਲ ਕਲਾ ਕਾਂਡ ਨੂੰ ਲੈ ਕੇ, ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਿੱਤ ਨਸੀਬ ਹੋਈ ਹੈ। ਹਾਲਾਂਕਿ ਜਦੋਂ ਤੋਂ ਉਹ ਨਵੀਂ ਸਰਕਾਰ ਹੋਂਦ ਵਿੱਚ ਆਈ ਸੀ, ਸਰਕਾਰ ਕਟਹਿਰੇ ਦੇ ਵਿੱਚ ਸੀ ਆਪਣੀਆਂ ਨਿਯੁਕਤੀਆਂ ਨੂੰ ਲੈ ਕੇ, ਚਾਹੇ ਉਹ ਡੀਜੀਪੀ ਦੀ ਨਿਯੁਕਤੀ ਲੈ ਲਓ, ਚਾਹੇ ਏਜੀ ਦੀ, ਖਾਸ ਤੌਰ ਤੇ ਏਜੀ ਦੀ ਨਿਯੁਕਤੀ ਨੂੰ ਲੈ ਕੇ। ਲੇਕਿਨ ਇੱਕ ਸਪੈਸ਼ਲ ਪ੍ਰੋਸੀਕਿਊਸ਼ਨ ਨਿਯੁਕਤ ਕੀਤਾ ਗਿਆ, ਉਸ ਤੋਂ ਬਾਅਦ ਰਿਜ਼ਲਟ ਆਇਆਗਾ। ਸੋ ਕਿਵੇਂ ਦੇਖ ਰਹੇ ਹੋ ਰਿਜ਼ਲਟ ਨੂੰ, ਕਿਵੇਂ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਇਹ ਜਿਹੜਾ ਫੈਸਲਾ ਆਇਆ ਹਾਈ ਕੋਰਟ ਦਾ ਸਾਬਕਾ ਡੀਜੀਪੀ ਸੁਬੇਸ਼ ਸਿੰਘ ਸੈਣੀ ਔਰ ਪਰਮਰਾਜ ਉਮਰਾ ਨੰਗਲ ਦੇ ਸੰਬੰਧ ਵਿੱਚ, ਇਹ ਫੈਸਲਾ ਬੜੇ ਚਿਰ ਤੋਂ ਇਸ ਦੀ ਉਡੀਕ ਸੀ ਕਿ ਇਹੋ ਜਿਹਾ ਫੈਸਲਾ ਜਿਹੜਾ ਆਉਣਾ ਚਾਹੀਦਾ ਹੈਗਾ। ਕਿਉਂਕਿ ਕਾਰਨ ਇਹ ਸੀ ਕਿ ਜਦੋਂ ਦੀ ਚੰਨੀ ਸਰਕਾਰ ਹੋਂਦ ਵਿੱਚ ਆਈ ਆ ਔਰ ਚੰਨੀ ਸਰਕਾਰ ਵੱਲੋਂ ਇੱਕ ਡੀਜੀਪੀ ਇੱਕ ਏਜੀ ਲਗਾ ਦਿੱਤਾ ਗਿਆ, ਔਰ ਉਹ ਵਿਅਕਤੀ ਨੇ ਜਿਹੜੇ ਹਮੇਸ਼ਾ ਵਿਵਾਦਾਂ ਦਾ ਵਿਸ਼ਾ ਰਹੇ ਨੇ, ਤਾਂ ਉਹਦੇ ਸਬੰਧ 'ਚ ਨਵਜੋਤ ਸਿੰਘ ਸਿੱਧੂ ਨੇ ਆਵਾਜ਼ ਵੀ ਉਠਾਈ ਤੇ ਉਹਨਾਂ ਨੂੰ ਬਦਲਣ ਦੀ ਮੰਗ ਕੀਤੀ। ਤਾਂ ਸ਼ਾਇਦ ਉਸ ਤੋਂ ਮਗਰੋਂ ਜਿਹੜੇ RS ਬੈਂਸ ਨੇ ਸਪੈਸ਼ਲ ਪ੍ਰੋਸੀਕਿਊਟਰ ਜਿਹੜੇ ਲਾਏ ਗਏ ਨੇ, ਉਹ ਇਸੇ ਕਰਕੇ ਲਾਏ ਗਏ ਜਿਹੜੇ ਬੇਅਦਬੀ ਔਰ ਕੋਟਕਪੂਰਾ ਬਹਿਬਲ ਕਲਾ ਕਾਂਡ ਦੇ ਮੁਕੱਦਮੇ ਨੂੰ ਦੇਖਣਗੇ। ਤਾਂ ਜਿਸ ਤਰੀਕੇ ਨਾਲ RS ਬੈਂਸ ਵੱਲੋਂ ਆਉਂਦਿਆਂ ਹੀ ਆਪਣੀ ਐਂਟਰੀ ਜਿਹੜੀ ਪਾਈ ਗਈ ਆ ਸਰਕਾਰ ਦੇ ਪੱਖ ਦੇ ਵਿੱਚ, ਇਸ ਦੀ ਜਿਹੜੀ ਸ਼ਲਾਘਾ ਕਰਨੀ ਬਣਦੀ ਕਿ ਅਗਲੇ ਬੰਦੇ ਨੇ ਆਉਂਦਿਆਂ ਆਪਣਾ ਰੋਲ ਜਿਹੜਾ ਭੂਮਿਕਾ ਜਿਹੜੀ ਉਸਨੇ ਠੀਕ ਨਿਭਾਈ ਆ। ਕਿਉਂਕਿ ਇਹ ਮਸਲਾ ਅਸਲ ਵਿੱਚ ਇਹ ਸੀ ਸਾਰਾ ਕਿ ਡੀਜੀਪੀ ਔਰ ਪਰਮਰਾਜ ਉਮਰਾ, ਡੀਜੀਪੀ ਸੁਬੇਸ਼ ਸਿੰਘ ਸੈਣੀ ਔਰ ਪਰਮਰਾਜ ਉਮਰਾ ਨੰਗਲ ਵੱਲੋਂ ਉਹਨਾਂ ਨੂੰ ਜਿਹੜੀ 2 ਦਸੰਬਰ ਦੀ ਤਰੀਕ ਪਈ ਆ, ਉਹਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਹਨੂੰ ਪ੍ਰੀ ਪੋਲ ਕਰ ਦਿੱਤਾ ਜਾਵੇ, ਇਸ ਨੂੰ ਅੱਗੇ ਸੁਣਵਾਈ ਜਿਹੜੀ ਕਰ ਦਿੱਤੀ ਜਾਵੇ। ਤਾਂ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੀ ਅਪੀਲ ਜਿਹੜੀ ਕੀਤੀ ਸੀ ਪ੍ਰੀ ਪੋਲ ਵਾਸਤੇ, ਕਿ ਜਿਹੜੀ 2 ਦਸੰਬਰ ਦੀ ਡੇਟ ਪਈ ਆ। ਪਰ ਹਾਈ ਕੋਰਟ ਨੇ ਉਹਨਾਂ ਨੇ ਅਪੀਲ ਕੀਤੀ ਹਾਈ ਕੋਰਟ ਦੇ ਵਿੱਚ, ਪਰ ਜਿਸ ਤਰੀਕੇ ਨਾਲ RS ਬੈਂਸ ਵੱਲੋਂ ਆਉਂਦਾ ਹੀ ਆਪਣੀ ਜ਼ਬਰਦਸਤ ਐਂਟਰੀ ਦੇ ਨਾਲ ਇਹਨਾਂ ਸਾਰੇ ਮੁੱਦਿਆਂ ਨੂੰ ਪੇਸ਼ ਕੀਤਾ ਗਿਆ ਔਰ ਦਲੀਲ ਦੇ ਨਾਲ ਇਸ ਗੱਲ ਨੂੰ ਦੱਸਿਆ ਗਿਆ ਕੋਰਟ ਦੇ ਵਿੱਚ ਜਾ ਕੇ, ਹਾਈ ਕੋਰਟ ਦੇ ਵਿੱਚ, ਕਿ ਇਹ ਜਿਹੜੇ ਮਾਮਲੇ ਨੇ ਇਹ ਮਾਮਲੇ ਲੋਕਾਂ ਨਾਲ ਜੁੜੇ ਨੇ, ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਨੇ। ਬੇਸ਼ੱਕ ਕਾਨੂੰਨ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦਾ, ਕਾਨੂੰਨ ਨੇ ਆਪਣੇ ਰਸਤੇ ਇਨਸਾਫ ਚੱਲਣਾ ਜੋ ਉਹਦੇ ਇਨਸਾਫ ਹੈਗਾ। ਜੇਕਰ ਸੁਬੇਸ਼ ਸੈਣੀ ਨੂੰ ਉਹਨਾਂ ਨੇ ਇਨਸਾਫ ਦੇਣਾ ਤਾਂ ਵੀ ਦੇਣਾ, ਤੇ ਜੇਕਰ ਦੂਸਰੇ ਪਾਸੇ ਗੱਲ ਕਰਦੀਆਂ ਉਹ ਵੀ ਗੱਲ ਕਰਦੀਆਂ, ਤਾਂ ਉਹ ਸਾਰੇ ਸਿਨੈਰੀਓ ਦੇ ਵਿੱਚ ਇਹ ਹਾਈ ਕੋਰਟ ਦਾ ਜਿਹੜਾ ਫੈਸਲਾ ਉਹ ਇਹ ਆਇਆ ਕਿ ਇਹਨਾਂ ਦੀ ਜਿਹੜੀ ਉਹ ਪ੍ਰੀ ਪੋਲ ਦੀ ਜਿਹੜੀ ਐਪਲੀਕੇਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ। ਹੁਣ 2 ਦਸੰਬਰ ਲੋਵਰ ਕੋਰਟ ਦੇ ਵਿੱਚ ਵੀ ਇਹ ਕੇਸ ਚੱਲੇਗਾ ਔਰ ਦੂਜੇ ਪਾਸੇ 2 ਦਸੰਬਰ ਦਾ ਜਿਹੜਾ ਫੈਸਲਾ 2 ਦਸੰਬਰ ਨੂੰ ਜਿਹੜੀ ਤਰੀਕ ਪਈ ਹੈ ਬਕਾਇਦਾ ਤੌਰ ਤੇ ਉਸ ਦੀ ਜਿਹੜੀ ਸੁਣਵਾਈ ਹੋਏਗੀ। ਕਹਿਣ ਦਾ ਅਰਥ ਇਹ ਹੈ ਕਿ ਅਗਰ ਵੇਖਿਆ ਜਾਵੇ ਤਾਂ RS ਬੈਂਸ ਨੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ, ਕਿਉਂਕਿ ਚੰਨੀ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਆ ਉਦੋਂ ਤੋਂ ਹੀ ਕਟਹਿਰੇ ਦੇ ਵਿੱਚ ਉਹ ਖੜੀ ਸੀ, ਕਦੇ ADGP ਦੀ ਨਿਯੁਕਤੀ ਨੂੰ ਲੈ ਕੇ, ਕਦੇ ਦੂਜੇ ਪਾਸੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ। ਤਾਂ ਇਹਨਾਂ 2 ਨਿਯੁਕਤੀਆਂ ਨੂੰ ਲੈ ਕੇ ਨਵਜੋਤ ਸਿੱਧੂ ਨੇ ਜਿਸ ਤਰੀਕੇ ਨਾਲ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ, ਹਾਲਾਂਕਿ ਮੁੱਖ ਮੰਤਰੀ ਉਹਨਾਂ ਦਾ ਬਹੁਤ ਕਲੋਜ਼ ਹੈ, ਪਰ ਜਦੋਂ ਲੋਕ ਮੁੱਦਿਆਂ ਦੀ ਜਾਂ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਹੁੰਦੀ ਹੈ ਤਾਂ ਉਸ ਵਿਅਕਤੀ ਨੇ ਕੋਈ ਵੀ ਜਿਹੜਾ ਸਮਝੌਤਾ ਨਹੀਂ ਕੀਤਾ। ਇਸ ਗੱਲ ਨੂੰ ਸਿੱਧਾ ਉਹਨਾਂ ਨੇ ਜਿਹੜਾ ਅਸੀਂ ਕਹਿ ਸਕਦੇ ਕਿ ਚੈਲੰਜ ਇਹਨਾਂ ਨਿਯੁਕਤੀਆਂ ਨੂੰ ਕੀਤਾ, ਤੇ ਚੰਨੀ ਸਰਕਾਰ ਵਾਸਤੇ ਇੱਕ ਜਿਹੜੀ ਅਸੀਂ ਕਹਿ ਸਕਦੇ ਕਿ ਜ਼ਿੰਮੇਵਾਰੀ ਜਿਹੜੀ ਤੈਅ ਕਰ ਦਿੱਤੀ ਗਈ। ਤਾਂ ਫਿਰ ਇਸ ਦਬਾਅ ਜਿਹੜਾ ਸੀ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਜਿਹੜਾ ਕਾਂਗਰਸ ਸਰਕਾਰ ਤੇ ਪਾਇਆ ਗਿਆ, ਉਹਦੀ ਬਦੌਲਤ ਹੀ ਇਹ ਜਿਹੜਾ RS ਬੈਂਸ ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਨੇ ਇਹਨਾਂ ਨੂੰ ਵਕੀਲ ਲਾਇਆ ਗਿਆ, ਜਿਹੜੇ ਮਾਨਵੀ ਅਧਿਕਾਰਾਂ ਦੇ ਕੇਸ ਲੜਨ ਵਾਲੇ ਇੱਕ ਮਾਹਿਰ ਵਕੀਲ ਵਜੋਂ ਜਿਹਨੂੰ ਜਾਣੇ ਜਾਂਦੇ ਆ, ਔਰ ਇਹਨਾਂ ਦਾ ਇੱਕ ਲੰਮਾ ਇਤਿਹਾਸ ਰਿਹਾ। ਔਰ ਇੱਥੋਂ ਤੱਕ ਵੀ ਇਹਨਾਂ ਨੇ ਬਿਨਾਂ ਕੋਈ ਪੈਸਾ ਲਿਆ, ਬਿਨਾਂ ਕੋਈ ਫੀਸ ਲਿਆ ਬੜੇ ਜਿਹੜੇ ਮੁਕੱਦਮੇ ਨੇ ਉਹ ਹਾਈ ਕੋਰਟ ਦੇ ਵਿੱਚ ਲੜੇ ਨੇ। ਤਾਂ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਸਾਬਕਾ ਡੀਜੀਪੀ ਸੁਬੇਸ਼ ਸਿੰਘ ਸੈਣੀ ਤੇ ਐਡਵੋਕੇਟ ਔਰ ਸਾਬਕਾ IG ਜਿਹੜਾ ਪਰਮਰਾਜ ਉਮਰਾ ਨੰਗਲ ਆ, ਉਹਨਾਂ ਦੇ ਵਿਰੁੱਧ ਜਿਹੜੀ ਉਹਨਾਂ ਨੇ ਪ੍ਰੀ ਪੋਲ ਦੀ ਐਪਲੀਕੇਸ਼ਨ ਪਾਈ ਸੀ, ਉਹਦੇ ਵਿਰੁੱਧ ਇੱਕ ਸਟੈਂਡ ਲੈ ਕੇ ਪੰਜਾਬ ਸਰਕਾਰ ਦੇ ਉਸ ਪੱਖ ਨੂੰ ਪੇਸ਼ ਕੀਤਾ ਕਿ ਪੰਜਾਬ ਸਰਕਾਰ ਕੀ ਚਾਹੁੰਦੀ ਹੈ। ਹੁਣ ਦੇਖੋ ਗਾਂ ਇਹਦੇ ਸੰਬੰਧੀ ਕੀ ਫੈਸਲਾ ਹੁੰਦਾ ਕੀ ਨਹੀਂ ਹੁੰਦਾ, ਪਰ ਹੁਣ ਤੱਕ ਅਗਰ RS ਬੈਂਸ ਦੀ ਇਹ ਕਾਮਯਾਬੀ ਵੇਖੀ ਜਾਏ ਤਾਂ ਇਹ ਪੰਜਾਬ ਸਰਕਾਰ ਦੀ
ਇੱਕ ਵੱਡੀ ਜਿੱਤ ਆਖੀ ਜਾ ਸਕਦੀ ਆ, ਕਿਉਂਕਿ ਬੜੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦਾ ਐਕਸਪੀਰੀਅੰਸ ਇਹੋ ਰਿਹਾ ਕਿ ਹਮੇਸ਼ਾ ਹਾਈ ਕੋਰਟ 'ਚ ਜਾਣਾ, ਉੱਥੋਂ ਹਾਰ ਕੇ ਵਾਪਸ ਆ ਜਾਣਾ, ਚਾਹੇ ਅਤੁਲ ਨੰਦਾ ਹੋਵੇ, ਚਾਹੇ ਕੋਈ ਵੀ ਉਹਨਾਂ ਦੀ ਟੀਮ ਹੋਵੇ। ਅੱਜ ਤੱਕ ਪੰਜਾਬ ਸਰਕਾਰ ਨੇ ਇੱਕ ਵੀ ਕੇਸ ਜਿਹੜਾ ਜਿੱਤਿਆ ਨਹੀਂ ਹੈ, ਕਿਉਂਕਿ ਉਹ ਕੈਪਟਨ ਸਾਹਿਬ ਹੁੰਦੇ ਸੀ, ਕੈਪਟਨ ਸਾਹਿਬ ਨੇ ਜਿਸ ਤਰੀਕੇ ਨਾਲ ਸਮਝਾਉਣਾ ਉਸੇ ਤਰੀਕੇ ਨਾਲ ਕੰਮ ਚੱਲਦਾ ਰਿਹਾ। ਤੇ ਸ਼ਾਇਦ ਇਸੇ ਕਰਕੇ ਹੀ ਸੁਮੇਧ ਸਿੰਘ ਸੈਣੀ ਵਰਗੇ ਜਿਹੜਾ ਸਾਬਕਾ ਡੀਜੀਪੀ ਆ, ਬਲੈਂਕਟ ਜਿਹੜੀਆਂ ਬੇਲਾਂ ਉਹ ਲੈ ਕੇ ਉਹ ਆਪਣਾ ਕੰਮ ਜਿਹੜਾ ਸਾਰਦੇ ਰਹੇ ਔਰ ਕਾਨੂੰਨ ਦੇ ਭੱਜੇ ਚੋਂ ਬਚਦੇ ਰਹੇ। ਇਹੋ ਹੀ ਗੱਲ ਹੈਗੀ ਆ ਜਿਹਨੂੰ ਅਸੀਂ ਕਹਿ ਸਕਦੇ ਕਿ ਇਸ ਟੀਮ ਦੀ, ਅਤੁਲ ਨੰਦਾ ਦੀ ਟੀਮ ਦੀ, ਕਿ ਜਦੋਂ ਸੁਮੇਧ ਸਿੰਘ ਸੈਣੀ ਉਹ ਇੱਕ ਬੇਲ ਲੈ ਗਿਆ ਕਿ ਫਰਵਰੀ 2022 ਤੱਕ ਇਸ ਨੂੰ ਕਿਸੇ ਵੀ ਮੁਕੱਦਮੇ 'ਚ ਗ੍ਰਿਫਤਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਹ ਉਦੋਂ ਪੰਜਾਬ ਸਰਕਾਰ ਦੀ ਜਿਹੜੀ ਲੀਗਲ ਟੀਮ ਹੈ, ਸਭ ਤੋਂ ਵੱਡੀ ਨਲਾਇਕੀ ਇਹ ਸੀ ਕਿ ਉਹ ਆਪਣੇ ਕੇਸ ਨੂੰ ਠੀਕ ਤਰੀਕੇ ਨਾਲ ਪ੍ਰੈਜ਼ੈਂਟ ਹੀ ਨਹੀਂ ਕਰ ਸਕੇ, ਜਿਸ ਕਰਕੇ ਸੁਮੇਧ ਸਿੰਘ ਸੈਣੀ ਵਰਗਾ ਬੰਦਾ ਕਾਨੂੰਨ ਦੀਆਂ ਮੋਰੀਆਂ, ਕਾਨੂੰਨਾਂ ਨੂੰ ਤੋੜਦਾ ਮਰੋੜਦਾ, ਕਿਉਂਕਿ ਉਹ ਕਾਨੂੰਨ ਦੀਆਂ ਸਾਰੀਆਂ ਕਮਜ਼ੋਰੀਆਂ ਜਾਂ ਜਾਣਦਾ, ਇਸੇ ਤਰੀਕੇ ਨਾਲ ਹਰ ਦਾਅ ਪੀਸ ਨੂੰ ਖੇਡਦਿਆਂ ਉਸਨੇ ਉਹ ਜਿਹੜੀ ਬੇਲ ਜਿਹੜੀ ਲੈ ਲਈ, ਜਿਹੜੀ ਪੰਜਾਬ ਸਰਕਾਰ ਵਾਸਤੇ ਬੜੀ ਘਾਟੇ ਦਾ ਹੀ ਕਹਿ ਸਕਦੇ, ਬੜਾ ਨੁਕਸਾਨ ਹੋਈ। ਪਰ ਚਲੋ ਅੱਜ ਜਿਹੜੀ ਖਬਰ ਸਾਨੂੰ ਮਿਲੀ ਆ, ਇਸ ਖਬਰ ਨੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਬਾਈਬਲ ਕਲਾਂ ਕੋਟਕਪੂਰਾ ਗੋਲੀकांड ਨਾਲ ਸੰਬੰਧਿਤ ਨੇ, ਉਹਨਾਂ ਲੋਕਾਂ ਨੂੰ ਜ਼ਰੂਰ ਥੋੜੀ ਜਿਹੀ ਠੰਡਕ ਪਾਈ ਹੋਊਗੀ ਕਿ ਸਰਕਾਰ ਹੁਣ ਇੱਕ ਫੋਰਮ ਦੇ ਵਿੱਚ ਆਉਣ ਲੱਗੀ ਹੈ, ਕਿਉਂਕਿ ਇਹ ਕੇਵਲ ਔਰ ਕੇਵਲ ਉਹਨਾਂ ਲੋਕਾਂ ਦੀ ਮੰਗ ਹੀ ਨਹੀਂ ਹੈਗੀ ਜਿਹੜੇ ਲੋਕ ਪੀੜਤ ਨੇ, ਬਲਕਿ ਉਹਨਾਂ ਲੋਕਾਂ ਦੀ ਵੀ ਮੰਗ ਆ ਜਿਹੜੇ ਇਨਸਾਫ ਪਸੰਦ ਨੇ, ਜਿਹੜੇ ਕਹਿੰਦੇ ਨੇ ਕਿ ਇਨਸਾਫ ਜਿਹੜਾ ਜ਼ਰੂਰ ਮਿਲਣਾ ਚਾਹੀਦਾ। ਇਸ ਤਰ੍ਹਾਂ ਨਾ ਹੋਵੇ ਕਿ ਇਨਸਾਫ ਮਿਲੇ ਹੀ ਨਾ ਤਾਂ ਸੁਰਜੀਤ ਪਾਤਰ ਦੇ ਉਹ ਬੋਲ ਜਿਹੜੇ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦੇ ਆ ਉਹ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਕਰੀ ਜਾ ਹੁਣ ਕਦੋਂ ਤੱਕ ਇੱਥੇ ਖੜੇ ਰਹਿਣਗੇ। ਮਤਲਬ ਉਹੋ ਜਿਹੀ ਜਿਹੜੀ ਭੂਮਿਕਾ ਉਹ ਨਹੀਂ ਬਣਨੀ ਚਾਹੀਦੀ ਹੈ। ਲੋਕਾਂ ਨੂੰ ਇਨਸਾਫ ਦੇਣਾ ਚਾਹੀਦਾ। ਜੇ ਚੰਨੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਮ ਆਦਮੀ ਦੀ ਸਰਕਾਰ ਆ, ਤਾਂ ਫਿਰ ਆਮ ਆਦਮੀ ਦੀ ਭੂਮਿਕਾ ਜਿਹੜੀ ਨਿਭਾਉਣੀ ਚਾਹੀਦੀ, ਲੋਕਾਂ ਨੂੰ ਇਨਸਾਫ ਮਿਲਣ 'ਚ ਦੇਰੀ ਜਿਹੜੀ ਆ ਉਹ ਕੇਸ ਵਿੱਚ ਨਹੀਂ ਹੋਣੀ ਚਾਹੀਦੀ। ਜੀ ਮਾਨ ਸਾਹਿਬ। ਸਰ ਆਪਾਂ ਸਰ ਕਿਵੇਂ ਦੇਖੀਏ ਵੀ ਜਿਵੇਂ RS ਮਹਿਲ ਜੀ ਨੇ ਕੱਲ ਉੱਥੇ ਆਪਣੀਆਂ ਦਲੀਲਾਂ ਦਿੱਤੀਆਂ, ਅਰਜੀ ਕੈਂਸਲ ਕਰਵਾਈ, ਕੀ ਦੇਖ ਰਹੇ ਹੋ, ਕਿਵੇਂ ਲੱਗ ਰਿਹਾ ਵੀ ਬਾਈਬਲ ਕਲਾਂ ਕਾਂਡ ਦੇ ਵਿੱਚ ਕੋਈ ਰਿਜ਼ਲਟ ਛੇਤੀ ਸਾਹਮਣੇ ਆ ਸਕਦਾ ਹੈ, ਸਰਕਾਰ ਦੀ ਕੋਈ ਹੋਰ ਵੱਡੀ ਜਿੱਤ ਸਾਹਮਣੇ ਆ ਸਕਦੀ ਹੈ, ਕਿਵੇਂ ਦੇਖ ਰਹੇ ਹੋ ਸਾਰੇ ਮਾਮਲੇ ਨੂੰ? ਦੇਖੋ, ਅਜੇ ਇਹ ਜੇ ਅਰਜੀ ਜਿਹੜੀ ਹੈ ਰੱਦ ਹੋਈ ਪੀ ਪੋਲ ਦੀ, ਅਜੇ ਉਹ ਲੰਮਾ ਸਫ਼ਰ ਆ, ਕਿਉਂਕਿ ਇੰਨੀ ਜਲਦੀ ਅਦਾਲਤਾਂ ਦੇ ਜਿਹੜੇ ਕਾਨੂੰਨੀ ਦਾਅ ਪੇਚ ਨੇ, ਕਿਉਂਕਿ ਦੂਜੇ ਪਾਸੇ ਜਿਹੜੇ ਕਥਿਤ ਦੋਸ਼ੀ ਨੇ ਉਹ ਇੱਕ ਸਧਾਰਨ ਵਿਅਕਤੀ ਨਹੀਂ ਆ, ਉਹ ਵੀ VVIP ਬੰਦੇ ਨੇ ਕਿ ਜਿਨ੍ਹਾਂ ਦਾ ਕੰਮ ਰੋਜ਼ ਕਾਨੂੰਨ ਨੂੰ ਤੋੜਨਾ ਮਰੋੜਨਾ, ਉਹ ਕਾਨੂੰਨ ਦੇ ਸਾਰੀਆਂ ਚੋਰ ਮੋਹਰੀਆਂ ਨੂੰ ਜਾਣਦੇ ਆ। ਤਾਂ ਹੁਣ ਇੱਥੇ ਹੀ ਜਿਹੜੀ ਅਸਲ ਜਿਹੜੀ ਸਥਿਤੀ ਆ ਉਹ ਸਾਹਮਣੇ ਆਵੇਗੀ ਕਿ ਕਿਹੜਾ ਵਿਅਕਤੀ ਕੋਈ ਕਿੰਨੇ ਕੁ ਪਾਣੀ 'ਚ ਕਿਸ ਤਰੀਕੇ ਦੀ ਉਹ ਆਪਣੀ ਭੂਮਿਕਾ ਜਿਹੜੀ ਉਹ ਨਿਭਾਉਂਦਾ। ਕਹਿਣ ਦਾ ਅਰਥ ਹੈ ਕਿ ਇਨਸਾਫ, ਇਹ ਤਾਂ RS ਬੈਂਸ ਉਹਨਾਂ ਨੇ ਵੀ ਉਸ ਦਿਨ ਇੱਕ ਦਿਨ ਆਪਣੀ ਇੰਟਰਵਿਊ 'ਚ ਇੱਕ ਗੱਲ ਕਹੀ ਸੀ ਕਿ ਇੰਨੀ ਜਲਦੀ ਇਨਸਾਫ ਦੀ ਤੁਸੀਂ ਆਸ ਨਾ ਰੱਖੋ, ਇਹ ਕੰਮ ਬੜੇ ਸਾਲਾਂ ਤੱਕ ਚੱਲਦਾ। ਔਰ ਇਹ ਹੈ ਵੀ ਹੈ ਕਿਉਂਕਿ ਜਿਹੋ ਜਿਹੀ ਸਾਡੀ ਨਿਆਂ ਪ੍ਰਣਾਲੀ ਆ, ਉਹੋ ਜਿਹੀ ਨਿਆਂ ਪ੍ਰਣਾਲੀ ਦੇ ਵਿੱਚ ਤਾਂ ਇੱਥੇ 50-50 ਸਾਲ 100-100 ਸਾਲ ਮੁਕੱਦਮਾ ਜਿਹੜਾ ਚੱਲਦਾ ਰਹਿੰਦਾ, ਲੋਕਾਂ ਨੂੰ ਫਿਰ ਇਨਸਾਫ ਜਿਹੜਾ ਉਹ ਨਹੀਂ ਮਿਲਦਾ। ਇਹ ਤੇ ਫਿਰ ਟੱਕਰ ਜਿਹੜੀ ਆ ਸਰਕਾਰ ਦੀ ਉਹਨਾਂ ਬੰਦਿਆਂ ਨਾਲ ਜਿਹੜੇ ਉਸੇ ਸਰਕਾਰ ਦਾ ਕਿਸੇ ਸਮੇਂ ਮਸ਼ੀਨਰੀ ਦਾ ਅੰਗ ਰਹੇ ਆ। ਹਾਂ, ਪਰ ਸਾਨੂੰ RS ਬੈਂਸ ਉਹਨਾਂ ਵੱਲੋਂ ਜਿਹੜਾ ਇਹ ਕਾਰਵਾਈ ਗਤੀਵਿਧੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਜਿਹੜਾ ਉਹਨਾਂ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਆ, ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਕੇਸ ਨੂੰ ਪੇਸ਼ ਕੀਤਾ, ਪੰਜਾਬ ਸਰਕਾਰ ਦੇ ਕੇਸ ਨੂੰ ਪੇਸ਼ ਕੀਤਾ, ਤਾਂ ਉਹ ਇੱਕ ਅਰਜੀ ਰੱਦ ਹੋਈ ਆ। ਤਾਂ ਹੁਣ ਵੇਖਣਾ ਇਹ ਆ ਕਿ ਇਹਦੇ ਵਿੱਚ ਸਫ਼ਰ ਜਿਹੜਾ ਆ ਉਹ ਕਿੰਨਾ, ਕਿਉਂਕਿ ਇਹ ਜਿਹੜੀ ਮੌਜੂਦਾ ਸਰਕਾਰ ਆ ਇਹ ਕੇਵਲ ਫਰਵਰੀ ਤੱਕ ਆ, ਫਰਵਰੀ ਤੱਕ ਵੀ, ਕਿਉਂਕਿ ਜਿੱਦਣ ਕੋਡ ਆਫ ਕੰਡਕਟ ਲੱਗ ਗਿਆ ਉਸ ਨੇ ਸਰਕਾਰ ਨਹੀਂ ਰਹਿਣੀ। ਪਰ ਕੇਸ ਜਿਹੜੇ ਆ ਉਹ ਅਦਾਲਤਾਂ 'ਚ ਚੱਲਣੇ। ਹੁਣ ਤਾਂ ਉਹਨਾਂ ਵਿਅਕਤੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਅਕਤੀ ਕੱਲ ਨੂੰ ਕੀ ਪਤਾ ਪੰਜਾਬ ਸਰਕਾਰ 'ਚ ਕਿਹੜੀ ਜਦੋਂ 2022 'ਚ ਚੋਣਾਂ ਹੁੰਦੀਆਂ, ਕੱਲ ਨੂੰ ਮੰਨ ਲਓ ਅਕਾਲੀ ਸਰਕਾਰ ਆ ਜਾਂਦੀ ਹੈ, ਉਹ ਚੁੱਕ ਕੇ, ਕਿਉਂਕਿ ਉਹਦੇ ਵਿੱਚ ਹੀ ਉਹਨਾਂ ਦੇ ਆਪਣੇ ਬੰਦੇ ਨੇ, ਉਹ ਚੁੱਕ ਕੇ ਕੋਈ ਐਡਵੋਕੇਟ ਜਨਰਲ ਫਿਰ ਬਦਲ ਦੇਣਗੇ। ਕਹਿਣ ਦਾ ਭਾਵ ਕਿ ਅਜੇ ਇਨਸਾਫ ਦੇ ਪ੍ਰਤੀ ਏਡੀ ਛੇਤੀ ਆਸ ਜਿਹੜੀ ਨਾ ਰੱਖੀ ਨਹੀਂ ਜਾ ਸਕਦੀ, ਜਿਸ ਤਰੀਕੇ ਨਾਲ ਆਪਾਂ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਜਾਂ ਇਸ ਤਰ੍ਹਾਂ ਹੋ ਜਾਊਗਾ ਜਾਂ ਉਹ ਹੋ ਜਾਊਗਾ, ਇਸ ਤਰ੍ਹਾਂ ਹੋ ਨਹੀਂ ਸਕਦਾ ਅਜੇ। ਹਾਂ, ਪਰ ਇਨਸਾਫ ਨਾਲ ਬੰਦਾ ਆਸ ਦੇ ਸਿਰ ਤੇ ਹੀ ਜਿਹੜਾ ਜਿੰਦਾ ਹੈ ਕੋਈ ਵੀ ਵਿਅਕਤੀ, ਆਸ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਆ ਕਿ ਉਹਨਾਂ ਪੀੜਤਾਂ ਨੂੰ ਇਨਸਾਫ ਮਿਲੇਗਾ। ਇਨਸਾਫ ਤਾਂ ਜਿੰਨੀ ਜਲਦੀ ਹੋਵੇ ਉਨੀ ਜਲਦੀ ਹੀ ਮਿਲਣਾ ਚਾਹੀਦਾ, ਪਰ ਭਾਰਤੀ ਨਿਆਂ ਪ੍ਰਣਾਲੀ ਇਹੋ ਜਿਹੀ ਆ, ਇੱਥੇ 100 ਸਾਲ 200 ਸਾਲ ਲੱਗ ਜਾਂਦਾ, ਕੇਸ ਹੀ ਚੱਲਦੇ ਰਹਿੰਦੇ ਆ। ਇੱਕ ਫੈਜ਼ਾਬਾਦ ਦੀ ਇੱਕ ਅਦਾਲਤ 185 ਸਾਲ ਹੋ ਚੱਲੇ ਆ, ਉੱਥੇ ਕੇਸ ਇੱਕ ਚੱਲਦਾ ਪਿਆ, ਜਿਨ੍ਹਾਂ ਨੇ ਕੇਸ ਕੀਤਾ ਉਹ ਵੀ ਮਰ ਗਏ। ਘੱਟੋ ਘੱਟ 4 ਪੀੜ੍ਹੀਆਂ ਜਿਹੜੀਆਂ ਨੇ ਉਹ ਖਤਮ, 4 ਜਾਂ 5 ਪੀੜ੍ਹੀਆਂ ਕਹਿੰਦੇ ਖਤਮ ਹੋ ਚੁੱਕੀਆਂ, ਪਰ ਕੇਸ ਦਾ ਅਜੇ ਤੱਕ ਫੈਸਲਾ ਜਿਹੜਾ ਉਹ ਨਹੀਂ ਹੋਇਆ। ਤਾਂ ਇੱਥੇ ਭਾਰਤੀ ਨਿਆਂ ਪ੍ਰਣਾਲੀ ਹੈ ਹੀ ਇਹੋ ਜਿਹੀ। ਬਾਕੀ ਹਾਂ,
ਆਸ ਜਿਹੜੀ ਹੈ ਜ਼ਰੂਰ ਕੀਤੀ ਜਾ ਸਕਦੀ ਹੈ ਘੱਟੋ ਘੱਟ ਪੰਜਾਬ ਸਰਕਾਰ ਦੇ ਇਸ ਕਦਮ ਦੀ ਕਿ ਚਲੋ ਠੀਕ ਆ, ਉਹਨਾਂ ਨੇ ਇੱਕ ਆਪਣੀ ਜ਼ਿੰਮੇਵਾਰੀ ਚੰਨੀ ਸਰਕਾਰ ਦੇ ਨਿਭਾਈ। ਪਰ ਗੱਲ ਇਹ ਆ ਕਿ ਇਹ ਕਿੰਨੀ ਇਮਾਨਦਾਰੀ ਨਾਲ ਨਿਭਾਉਂਦੇ ਜਾਂ ਇਹਨਾਂ ਦਾ ਅਗਲਾ ਜਿਹੜਾ ਭਵਿੱਖ ਆ ਉਹ ਜਿਹੜੀ ਅਗਲੀ ਰਣਨੀਤੀ ਆ ਉਹ ਕੀ ਹੋਵੇਗੀ, ਅਗਲਾ ਕਦਮ ਇਹਨਾਂ ਦਾ ਕੀ ਹੋਵੇਗਾ, ਵੇਖਣ ਵਾਲੀ ਗੱਲ ਇਹ ਆ। ਬਾਕੀ ਇਨਸਾਫ ਅਜੇ ਤੁਸੀਂ ਕਹੀਏ ਕਿ 2 ਮਹੀਨਿਆਂ 'ਚ ਮਿਲ ਜੇ, ਇੰਨੀ ਜਲਦੀ ਨਜ਼ਰ ਜਿਹੜਾ ਉਹ ਨਹੀਂ ਆਉਂਦਾ। ਅਜੇ ਟਾਈਮ ਜਿਹੜਾ ਲੱਗੇਗਾ, ਅਜੇ ਤਾਂ ਗੇਮ ਸ਼ੁਰੂ ਹੋਈ ਆ, ਅਜੇ ਗੇਮ ਤਾਂ ਸ਼ੁਰੂ ਹੋਈ ਹੈ, ਗੇਮ ਸ਼ੁਰੂ ਕੀਤੀ ਜਾਣੀ ਜੀ ਮਨ ਸਾਹਿਬ। ਪਰ ਸਰ ਇੱਕ ਗੱਲ ਤਾਂ ਹੈਗੀ ਨਾ, ਜਿਹੜੇ ਜਿਸ ਤਰ੍ਹਾਂ ਵਿਰੋਧੀਆਂ ਨੇ ਸਵਾਲ ਚੁੱਕੇ ਸੀ ਇਹ ਨਿਯੁਕਤੀਆਂ ਨੂੰ ਲੈ ਕੇ, RS ਬੈਂਸ ਦੀ ਨਿਯੁਕਤੀ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਲੱਗੇ ਸੀ, ਲੇਕਿਨ ਉਸ ਦੇ ਵਿੱਚ ਇੱਕ ਸੇਫ ਸਾਈਡ ਤੇ ਸਾਡੀ ਪੰਜਾਬ ਸਰਕਾਰ ਹੋ ਗਈ ਹੈ। ਸੋ ਜਿਵੇਂ ਕਿ ਕੱਲ ਦਲੀਲ ਹੋਈ ਹੈ, ਕੱਲ ਅਪੀਲ ਦਲੀਲ ਹੋਈ ਹੈ, ਤੇ ਨਾਲ ਇੱਕ ਖਾਰਜ ਹੋਈ ਹੈਗੀ ਉਹਨਾਂ ਦੀ ਜੋ ਪਾਈ ਸੀ ਉਹਨਾਂ ਨੇ ਹਾਈ ਕੋਰਟ ਤੋਂ ਝਟਕਾ ਲੱਗਿਆ ਸੁਮੇਧ ਸੈਣੀ ਵਗੈਰਾ ਨੂੰ। ਚਲੋ ਇੱਕ ਉਮੀਦ ਤਾਂ ਬਣੀ ਕਿ ਨਾ ਪੰਜਾਬੀਆਂ ਦੇ ਲਈ। ਹੁਣ ਆਪਾਂ ਦੂਸਰੀ ਖਬਰ ਵੱਲ ਆਉਣਾ ਜੀ, ਕੈਪਟਨ ਅਮਰਿੰਦਰ ਸਿੰਘ ਵੱਲ। ਉਹਨਾਂ ਵੱਲੋਂ ਕਾਲੇ ਕਾਨੂੰਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਆਇਆ। ਉਹ ਕਹਿ ਰਹੇ ਨੇ ਕਿ ਮੈਂ ਬੜਾ ਸੰਜੀਦਾ ਤਰੀਕੇ ਦੇ ਨਾਲ ਕਿਸਾਨਾਂ ਦੀ ਗੱਲ ਕਰਨ ਲੱਗਿਆ, ਕਾਲੇ ਕਾਨੂੰਨਾਂ ਬਾਰੇ ਗੱਲ ਕਰਨ ਲੱਗਿਆ। ਮੈਂ ਅਮਿਤ ਸ਼ਾਹ ਨੂੰ ਵੀ ਮਿਲਿਆ, ਉਹਨਾਂ ਨਾਲ ਵੀ ਗੱਲ ਕੀਤੀ ਹੈ, ਤੇ ਨਾਲ ਹੁਣ ਮੈਂ, ਕਿਉਂਕਿ ਮੇਰੀ ਮੁਲਾਕਾਤ ਮੇਰੀ ਦਿੱਲੀ ਦੌਰੇ ਦੌਰਾਨ ਮੋਦੀ ਸਾਹਿਬ ਨਾਲ ਨਹੀਂ ਹੋ ਸਕੀ ਸੀ, ਲੇਕਿਨ ਹੁਣ ਮੈਂ ਉਹਨਾਂ ਨੂੰ ਚਿੱਠੀ ਲਿਖ ਕੇ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਇਹਨਾਂ ਬਿਆਨਾਂ ਨੂੰ, ਕਿ ਇਹ ਸਿਰਫ ਆਪਣੇ ਨਿੱਜੀ ਫਾਇਦੇ ਲਈ ਗੱਲ ਕਰਨ ਕੈਪਟਨ ਅਮਰਿੰਦਰ ਸਿੰਘ, ਜਾਂ ਬਾਕੀ ਹੁਣ ਸੱਚਮੁੱਚ ਉਹਨਾਂ ਨੂੰ ਕਿਸਾਨਾਂ ਦੀ ਚਿੰਤਾ ਸਤਾਉਣ ਲੱਗੀ ਹੈ? ਕਿਵੇਂ ਦੇਖ ਰਹੇ ਹੋ ਸਾਰੇ ਮਾਮਲੇ? ਦੇਖੋ, ਮੈਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਇਹ ਜਿਹੜੀ ਵੀਡੀਓ ਦੇਖਿਆ ਸਨ, ਜਿਹੜਾ ਉਹਦੇ ਵਿੱਚ ਤਾਂ ਬੜੀ ਹੈਰਾਨੀ ਚੈੱਕ ਹੁੰਦੀ ਕਿ ਬੰਦਾ ਪੁੱਛੇ ਕਿ ਤੁਸੀਂ ਹੁਣ ਇੰਨੇ ਸੰਜੀਦਾ ਹੋ ਗਏ ਜੇ, ਠੀਕ 15 ਦਿਨਾਂ ਤੋਂ ਪਹਿਲਾਂ 4.5 ਸਾਲ ਤੁਸੀਂ ਸੁੱਤੇ ਹੀ, ਤੁਹਾਨੂੰ ਕੋਈ ਚੇਤਾ ਨਹੀਂ ਕਿ ਬਾਰਡਰਾਂ ਤੇ ਮਰਦੇ ਪਏ ਕਿਸਾਨ, ਉੱਥੇ ਮਾਰੇ ਜਾਂਦੇ ਪਏ, ਉਹ ਇੰਨਾ ਉਹਨਾਂ ਦਾ ਘਾਣ ਹੋ ਰਿਹਾ ਜਾਂ ਇਦਾਂ ਉਹਨਾਂ ਤੇ ਤਸ਼ੱਦਦ ਹੋ ਰਿਹਾ। ਉਸ ਵਕਤ ਤਾਂ ਤੁਸੀਂ ਇੱਕ ਚਿੱਠੀ ਜਿਹੜੀ ਹੈ ਲਿਖ ਕੇ, ਇੱਕ 4 ਲਾਈਨਾਂ ਵੀ ਜਾਂ ਈਮੇਲ ਵੀ ਜਿਹੜੀ ਹੈ ਤੁਸੀਂ ਕਦੇ ਉੱਥੇ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਆ ਸ਼੍ਰੀ ਅਮਿਤ ਸ਼ਾਹ ਜੀ ਜਾਂ ਮੋਦੀ ਹੋਣਾ ਨੂੰ ਕਦੀ ਤੁਸੀਂ ਇੱਕ ਨਹੀਂ ਲਿਖੀ, ਕਦੀ ਈਵਨ ਕਿ 4.5 ਸਾਲਾਂ ਦੌਰਾਨ ਤੁਸੀਂ ਇੱਕ ਵਾਰੀ ਵੀ ਮੁਲਾਕਾਤ ਨਹੀਂ ਕੀਤੀ। ਉਹ ਵੀ ਛੱਡੋ, ਤੁਸੀਂ ਕਿਸਾਨਾਂ ਦੇ ਧਰਨੇ 'ਚ ਵੀ ਨਹੀਂ ਕਦੀ ਪਹੁੰਚੇ, ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਦੇ ਕੋਈ ਨਾਰਾ ਜਾਂ ਆਵਾਜ਼ ਜਿਹੜੀ ਬੁਲੰਦ ਨਹੀਂ ਕੀਤੀ। ਉਦਾਂ ਥੋੜੇ ਬਹੁਤੇ ਇਹਨਾਂ ਦੇ ਸਲਾਹਕਾਰ ਜਿਹੜੇ 1-2 ਟੁੱਟੇ ਜਿਹੇ ਬਿਆਨ ਦੇ ਦਿੰਦੇ ਰਹੇ ਆ। ਪਰ ਜਦੋਂ ਦਾ ਉਹਨਾਂ ਨੇ ਅਸਤੀਫਾ ਦਿੱਤਾ ਤੇ ਜਦੋਂ ਤੋਂ ਉਹ ਮੁੱਖ ਮੰਤਰੀ ਤੋਂ ਸਾਬਕਾ ਮੁੱਖ ਮੰਤਰੀ ਬਣੇ ਆ, ਉਦੋਂ ਤੋਂ ਉਹਨਾਂ ਨੂੰ ਕਿਸਾਨਾਂ ਦੀ ਬੜੀ ਚਿੰਤਾ ਹੋਣ ਲੱਗੀ ਆ। ਉਦੋਂ ਤੋਂ ਹੀ ਉਹਨਾਂ ਨੂੰ ਇਹ ਪੰਜਾਬ ਦੇ ਵਿਗੜੇ ਹਾਲਾਤਾਂ ਦੀ ਚਿੰਤਾ ਹੋਣ ਲੱਗੀ ਆ। ਉਦੋਂ ਤੋਂ ਹੀ ਉਹਨਾਂ ਨੂੰ ਪਾਕਿਸਤਾਨ ਦੀ ISI ਦੀ ਜਾਂ ਉਧਰ ਦੇ ਅੱਤਵਾਦੀਆਂ ਦੀ ਪੰਜਾਬ 'ਚ ਵੜਨਾ, ਪਤਾ ਨਹੀਂ ਕੈਪਟਨ ਸਾਹਿਬ ਨੂੰ ਹੁਣ ਕੀ ਇਦਾਂ ਦਾ ਉਹਨਾਂ ਦੇ ਵਿੱਚ ਇੱਕ ਕੋਈ ਰੂਹ ਪ੍ਰਵੇਸ਼ ਕਰ ਗਈ ਆ, ਅਸੀਂ ਕਹਿ ਸਕਦੇ ਹਾਂ ਅਸਤੀਫੇ ਤੋਂ ਬਾਅਦ, ਕਿ ਜਦੋਂ ਉਹ ਸਾਬਕਾ ਮੁੱਖ ਮੰਤਰੀ ਉਹਨਾਂ ਨੂੰ ਕੇਵਲ ਔਰ ਕੇਵਲ ਪੰਜਾਬ ਦਾ ਹੀ ਫਿਕਰ ਸਤਾ ਰਿਹਾ, ਕਦੇ ਕਿਸਾਨਾਂ ਦਾ ਫਿਕਰ ਸਤਾ ਰਿਹਾ, ਕਦੇ ਪੰਜਾਬ ਦੇ ਲੋਕਾਂ ਦਾ ਸਤਾ ਰਿਹਾ। ਚੰਗੀ ਗੱਲ ਇਹ, ਪਰ ਇਹ ਜਿਹੜੀ ਰੂਹ ਆ, ਇਹੋ ਜਿਹੀ ਭੂਮਿਕਾ ਘੱਟੋ ਘੱਟ 4 ਸਾਲ ਪਹਿਲਾਂ ਉਹਨਾਂ ਦੇ ਵਿੱਚ ਹੋਈ ਹੁੰਦੀ, ਤੇ ਅੱਜ ਫਿਰ ਸ਼ਾਇਦ ਜਿਹੜੇ ਹਾਲਾਤ ਆ ਉਹ ਫੇਸ ਕਰਦੇ ਆ, ਇਹੋ ਜਿਹੇ ਹਾਲਾਤ ਉਹਨਾਂ ਨੂੰ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਸਾਫ਼ ਔਰ ਸਪਸ਼ਟ ਗੱਲ ਇਹ ਹੈ ਕਿ ਹੁਣ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਨੂੰ ਖੋਰਾ ਲੱਗ ਚੁੱਕਾ, ਤਾਂ ਉਹ ਆਪਣੀ ਉਸ ਸਥਿਤੀ ਨੂੰ ਬਹਾਲ ਕਰਨ ਦੇ ਮੂਡ 'ਚ ਇਹੋ ਜਿਹੇ ਜਿਹੜੇ ਫੋਕੇ ਫਾਇਰ ਅਸੀਂ ਕਹਿ ਸਕਦੇ ਉਹ ਕੱਢੀ ਜਾਂਦੇ ਆ। ਮਤਲਬ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਿਹੜੀ ਰਫਲ ਹੁੰਦੀ ਹੈ, ਉਹ 'ਚ ਜਿਹੜਾ ਗੋਲੀ ਚੱਲੀ ਹੁੰਦੀ ਤੇ ਫੋਕਾ ਜਿਹੜਾ ਫਾਇਰ ਹੁੰਦਾ ਉਹ ਕੱਢ ਦੇਣਾ, ਉਹ ਕੋਈ ਫਾਇਦਾ ਨਹੀਂ ਹੁੰਦਾ, ਚੱਲੇ ਨਾ ਚੱਲੇ। ਸੋ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਉਹੀ ਸਥਿਤੀ ਹੈ ਕਿ ਫੋਕੇ ਫਾਇਰ ਕਰਦੇ ਪਏ ਆ। ਜੇ ਬੰਦਾ ਪੁੱਛੇ ਤੁਸੀਂ ਕਿਸਾਨਾਂ ਦਾ ਮੋਰਚਾ ਜਿਹੜੀਆਂ ਮੰਗਾਂ ਹੱਲ ਕਰਾਉਣੀਆਂ 4.5 ਸਾਲ ਦੌਰਾਨ ਤੁਹਾਡੀ ਕੀ ਭੂਮਿਕਾ ਰਹੀ, ਉਦੋਂ ਕਿ ਉਹਨਾਂ ਚਿੱਠੀ ਅਮਿਤ ਸ਼ਾਹ ਨੂੰ ਲਿਖੀ, ਤੇ ਨੰਬਰ 2 ਹੁਣ ਤੁਸੀਂ ਚਿੱਠੀ ਕਿਹੜੀ ਕੈਪੈਸਿਟੀ 'ਚ ਲਿਖੋਗੇ? ਪ੍ਰਸ਼ਨ ਤਾਂ ਇਹ ਵੀ ਹੈ ਕਿ ਮੈਂ ਬੜਾ ਉਹਨਾਂ ਨੇ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਹੱਕ ਮਤਲਬ ਮਨਾ ਕੇ ਰਹਾਂਗਾ, ਕਿਹੜੀ ਕੈਪੈਸਿਟੀ 'ਚ? ਮੁੱਖ ਮੰਤਰੀ ਤੁਸੀਂ ਹੈ ਨਹੀਂ ਜੀ, ਸਾਬਕਾ ਮੁੱਖ ਮੰਤਰੀ ਜੀ, ਤੁਹਾਡੀ ਹਾਲਤ ਉਸੇ ਤਰੀਕੇ ਦੀ ਇੱਕ MLA ਦੀ ਆ ਜਿਵੇਂ ਸ਼੍ਰੀ ਹਰਗੋਬਿੰਦ ਦਾ MLA ਬਰਵਿੰਦਰ ਸਿੰਘ ਲਾਡੀ ਹੋਵੇ, ਉਸ ਤਰ੍ਹਾਂ ਦੀ ਹਾਲਤ ਹੀ। ਮਤਲਬ ਇੱਕ MLA ਜੀ, ਹੁਣ MLA ਦੀ ਇੰਨੀ ਪਾਵਰ ਹੈਗੀ ਸਮਝੌਤੇ, ਮਤਲਬ ਤੁਸੀਂ ਕਾਨੂੰਨ ਜਿਹੜੇ ਕਾਲੇ ਕਾਨੂੰਨ ਰੱਦ ਪਾਓ, ਚਲੋ ਜੇ ਕਰਾਉਂਦੇ ਜੇ ਤਾਂ ਤੁਹਾਡੀ ਸ਼ਲਾਘਾ ਕਰਨੀ ਬਣਦੀ ਹੈ, ਤੁਸੀਂ ਕਰ ਸਕਦੇ, ਕਰਵਾ ਸਕਦੇ, ਜੇ ਕਰਵਾ ਸਕਦੇ ਕਰਾਓ, ਫਿਰ ਬਿਆਨਬਾਜ਼ੀ ਨਾ ਕਰੋ। ਕਹਿਣ ਦਾ ਅਰਥ ਹੈ ਕਿ ਇਹ ਜਿਹੜੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕੀਤੀ ਜਾ ਰਹੀ ਆ, ਇਹ ਕੇਵਲ ਔਰ ਕੇਵਲ ਫੋਕੀ ਸਿਆਸਤ ਆ, ਕਿਉਂਕਿ ਹੁਣ ਉਹਨਾਂ ਦੀਆਂ ਗੱਲਾਂ ਵੱਲ ਕੋਈ ਵੀ ਵਿਅਕਤੀ ਧਿਆਨ ਨਹੀਂ ਦਿੰਦਾ। ਤੁਸੀਂ ਦੇਖ ਲਓ ਕਿ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਨਿਕਲੇ ਬੋਲ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਵਾਸਤੇ ਬੜੇ ਧਿਆਨ ਦੀ ਮੰਗ, ਦਿਲਚਸਪੀ ਦਾ ਕਾਰਨ ਬਣਦੇ ਸਨ। ਹੁਣ ਰੋਜ਼ ਵੱਖ-ਵੱਖ ਚੈਨਲਾਂ ਦੇ ਬੰਦਿਆਂ ਨੂੰ ਸੱਦ ਕੇ ਇੰਟਰਵਿਊ ਦਿੰਦੇ ਨੇ, ਕੋਈ ਵਿੰਦਾ ਹੀ ਨਹੀਂ ਕਿ ਉਹ ਕੀ ਬੋਲਦੇ ਨੇ ਕੀ ਨਹੀਂ ਬੋਲਦੇ, ਕਿਉਂਕਿ ਹੁਣ ਬੋਲਣ ਦਾ ਸਮਾਂ ਜਿਹੜਾ ਨਾ ਆਪਣੇ ਮਾਨ ਸਾਹਿਬ ਉਹ ਲੰਘ ਚੁੱਕਾ। ਇਹ ਸਮਾਂ ਤਾਂ ਸੀ, ਉਸ ਵਕਤ ਸਮਾਂ ਸੀ ਜਦੋਂ ਉਹ ਮੁੱਖ ਮੰਤਰੀ ਸਨ। ਮੁੱਖ ਮੰਤਰੀ ਹੁੰਦਿਆਂ ਤੁਸੀਂ ਬੜੀ ਵਧੀਆ ਭੂਮਿਕਾ ਆਪਣੀ ਨਿਭਾ ਸਕਦੇ ਜੇ ਕਿਸਾਨਾਂ ਔਰ ਕੇਂਦਰ ਸਰਕਾਰ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ।
ਉਸ ਵਕਤ ਤਾਂ ਤੁਹਾਨੂੰ ਕੋਈ ਯਾਦ ਹੀ ਨਹੀਂ ਆਇਆ। ਉਹਨਾਂ ਦਿਨਾਂ 'ਚ ਤੇ ਤੁਸੀਂ ਸਿਸਵਾ ਫਾਰਮ ਦੇ ਅੰਦਰ ਵੜੇ ਰਹੇ, ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਾ, ਕਿਤੇ ਕਰੋਨਾ ਨਾ ਤੁਹਾਨੂੰ ਹੋ ਜਾਏ। ਬਿਲਕੁਲ, ਕਿਸਾਨ ਮਰਦੇ ਆ, ਮਰਨ ਦਿਓ, ਉਹਨੂੰ ਆਪਣੇ ਫਾਰਮ ਤੋਂ ਬਾਹਰ ਨਹੀਂ ਨਿਕਲੇ। ਤਾਂ ਹੁਣ ਕਿਉਂਕਿ ਹੁਣ ਕੋਈ ਕੰਮ ਨਹੀਂ ਰਹਿ ਗਿਆ, ਹੁਣ ਸਿਸਵਾ ਫਾਰਮ 'ਚ ਕੋਈ ਨਹੀਂ ਰਹਿ ਗਿਆ, ਹੁਣ ਬਾਹਰ ਹੀ ਨਿਕਲਣਾ, ਹੁਣ ਤੁਹਾਡੇ ਬਾਹਰ ਨਿਕਲ ਦਾ ਫਾਇਦਾ ਕੋਈ ਨਹੀਂ ਹੈ ਕੈਪਟਨ ਸਾਹਿਬ। ਹੁਣ ਕੰਮ ਇਹ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਨਾ ਉਹ ਠੀਕ ਤਰੀਕੇ ਨਾਲ ਜੇ ਨਿਭਾਈ ਹੁੰਦੀ ਤੇ ਅੱਜ ਇਹ ਸਥਿਤੀ ਜਿਸ ਤਰੀਕੇ ਨਾਲ ਤੁਸੀਂ ਅਸੀਂ ਤਰਲੋਬੱਛੀ ਕਹਿੰਦੇ ਆ, ਇਹ ਕੈਪਟਨ ਸਾਹਿਬ ਹੁਣ ਤਰਲੋਬੱਛੀ ਹੋ ਰਹੀ, ਕਿਉਂਕਿ ਕਾਂਗਰਸ ਹਾਈ ਕਮਾਨ ਵੱਲੋਂ ਵੀ ਉਹਨਾਂ ਦਾ ਸਾਈਡਲਾਈਨ ਉਹਨਾਂ ਨੂੰ ਕਰ ਦਿੱਤਾ ਗਿਆ। ਕਾਂਗਰਸ ਹਾਈ ਕਮਾਨ ਨੇ ਉਹਨਾਂ ਨੂੰ ਘਰ ਭਾਲ ਦਿੱਤਾ ਸਾਬਕਾ ਮੁੱਖ ਮੰਤਰੀ ਦੇ ਰੂਪ 'ਚ। ਜੇ ਭਾਜਪਾ ਵੱਲ ਜਾਂਦੇ ਆ, ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਕਿਸਾਨਾਂ ਨੇ ਵੀ ਉਸ ਦਿਨ ਕਹਿ ਦਿੱਤਾ। ਸੋ ਹੁਣ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਤਰਸਯੋਗ ਆ। ਜਿਹੜੇ ਉੱਥੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਦੀ ਗੱਲ ਕੀਤੀ ਆ, ਉਹਦੇ ਸੰਬੰਧ 'ਚ ਵੀ ਉਹਨਾਂ ਨੇ ਦੁੱਖ ਦਾ ਇਜ਼ਹਾਰ ਕੀਤਾ। ਤਾਂ ਉਹ ਜਦੋਂ ਪੁੱਛਿਆ ਗਿਆ ਕਿ ਹਾਂ ਭਾਈ ਐਕਸ਼ਨ, ਕਹਿੰਦੇ ਜੇ ਮੇਰੇ ਕੋਲ ਰਿਪੋਰਟ ਨਹੀਂ ਬੰਦੇ, ਜੇ ਪੰਜਾਬ 'ਚ ਬੰਦਾ ਪੁੱਛੇ ਹੁਣ ਤਾਂ ਸਾਡੇ ਕੋਲ ਰਿਪੋਰਟ ਕਾਹਦੀ ਹੋਣੀ ਆ, ਉਹ ਕਾਹਦੇ ਆ ਕਿ ਉਹ ਅਜੇ ਵੀ ਆਪਣੇ ਆਪ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ 'ਚ ਹੀ ਵਿਚਰਦੇ ਆ। ਜਿਹੜੇ ਬਿਆਨ ਆ ਨਾ, ਇੱਕ ਬਚਕਾਨਾ ਜਿਹੇ ਬਿਆਨ ਨਹੀਂ ਕਿ ਹੁਣ ਸਿੱਧਾ ਪ੍ਰਸ਼ਨ ਆ ਕਿ ਤੁਸੀਂ ਕਿਹੜੀ ਸਥਿਤੀ ਦੇ ਵਿੱਚ ਜਾ ਕੇ ਜਿਹੜੇ ਕਾਲੇ ਕਾਨੂੰਨ ਰੱਦ ਕਰਾਓਗੇ। MLA ਜੇ ਵਿਧਾਇਕ ਤੇ ਇਸ ਤੋਂ ਬਾਅਦ ਤਾਂ ਤੁਹਾਡੀ ਪੋਜੀਸ਼ਨ ਹੈ ਹੀ ਕੋਈ ਨਹੀਂ। ਤਾਂ ਠੀਕ ਆ, ਬਾਕੀ ਅੰਦਰ ਖਾਤੇ ਤੁਹਾਡਾ ਕੀ ਉਹਨਾਂ ਨਾਲ ਬਣਦਾ ਕੀ ਨਹੀਂ ਬਣਦਾ, ਇਹ ਵੀ ਉਹਨਾਂ ਨੇ ਗੱਲ ਕੀਤੀ। ਕਿਸਾਨਾਂ ਦੀਆਂ ਤੇ ਕੇਂਦਰ ਸਰਕਾਰ ਦੀ ਅੰਦਰ ਖਾਤੇ ਜਿਹੜੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਅੱਜ ਕੈਪਟਨ ਅਮਰਿੰਦਰ ਸਿੰਘ ਹੁਣੀ ਬੜੇ ਸਿਆਸੀ ਮਾਹਰ ਵਜੋਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਪਏ ਸਨ ਕਿ ਕਿਵੇਂ ਸਰਕਾਰ ਨੂੰ ਵੀ ਪਤਾ ਕਿ ਕਿਸਾਨ ਕਿੱਥੋਂ ਤੱਕ ਜਾ ਸਕਦੇ ਆ, ਕਿਸਾਨਾਂ ਨੂੰ ਵੀ ਪਤਾ ਕਿ ਸਰਕਾਰ ਕਿੱਥੋਂ ਤੱਕ ਜਾ ਸਕਦੀ ਹੈ। ਅੱਜ ਤੁਸੀਂ ਇਹ ਬਿਆਨ ਦੇ ਰਹੇ ਜੀ, ਤਾਂ ਜਦੋਂ ਤੁਸੀਂ ਸਰਕਾਰ ਦੇ ਵਿੱਚ ਸੀ, ਪੰਜਾਬ ਸਰਕਾਰ 'ਚ, ਉਦੋਂ ਤੁਹਾਡੀ ਭੂਮਿਕਾ ਕੀ ਸੀ? ਉਦੋਂ ਤੁਸੀਂ ਫਿਰ ਕਿਸਾਨਾਂ ਨੂੰ ਕਿਉਂ ਉਕਸਾ ਕੇ ਦਿੱਲੀ ਵੱਲ ਤੋਰਿਆ? ਕਿਉਂ ਤੁਸੀਂ ਜਾ ਕੇ ਮਨੋਹਰ ਲਾਲ ਖੱਟਰ ਦੇ ਬਿਆਨਾਂ ਦੀ ਕੀਤੀ? ਪਰ ਕਹਿਣ ਦਾ ਅਰਥ ਕਿ ਭੂਮਿਕਾ ਅਲੱਗ-ਅਲੱਗ ਕੈਪਟਨ ਸਾਹਿਬ ਦੀ ਰਹੀ ਆ। ਉਸ ਸਮੇਂ 'ਚ ਕੁਝ ਸੀ, ਅੱਜ ਕੁਝ। ਅੱਜ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਅੰਦਰ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਹੈ। ਇਹੋ ਜਿਹੀਆਂ ਗੱਲਾਂ ਘੱਟੋ ਘੱਟ ਤੇ ਮੈਂ ਕਿਸਾਨ ਮੁੱਦੇ ਜਿਹੜੇ ਮੰਗਾਂ ਨੇ ਹੱਲ ਕਰੂਗੇ, ਠੀਕ ਆ ਕਰਾਓ। ਪਰ ਕੈਪਟਨ ਸਾਹਿਬ ਇਹ ਤੁਹਾਡੇ ਹੁਣ ਸਿਆਸੀ ਜਿਹੜੇ ਫੋਕੇ ਫਾਇਰ ਜਿਹੜੇ ਚੱਲਦੇ ਪਏ ਨੇ, ਇਹ ਪੰਜਾਬ ਦੀ ਜਨਤਾ ਜਾਂ ਕਿਸਾਨਾਂ ਨੂੰ ਜਿਹੜੇ ਇਹ ਗੁੰਮਰਾਹ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੀ ਹੁਣ ਕੋਈ ਵੀ ਜਿਹੜਾ ਇਹ ਕਦਰਾਂ ਕੀਮਤਾਂ ਨਹੀਂ, ਕੀਮਤ ਕੋਈ ਨਹੀਂ, ਕਿਉਂਕਿ ਹੁਣ ਤੁਸੀਂ ਸਮਾਂ ਵਿਹਾ ਚੁੱਕੇ ਜੀ ਮਾਨ ਸਾਹਿਬ। ਸੋ ਅਣਖੀ ਸਾਹਿਬ, ਤੁਸੀਂ ਇਹਨਾਂ ਸਾਰੇ ਪੰਜਾਬ ਦੇ ਅਹਿਮ ਮੁੱਦਿਆਂ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਤੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਵਿਸਥਾਰ ਦੇ ਨਾਲ ਪੰਜਾਬ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਚਰਚਾ ਕੀਤੀ ਹੈ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਹ ਚਰਚਾ ਜ਼ਰੂਰ ਪਸੰਦ ਆਈ ਹੋਊਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਜੋ ਅਣਖੀ ਸਾਹਿਬ ਨੇ ਚਰਚਾ ਕੀਤੀ ਹੈ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਨੇ। ਸਾਡੇ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਇੰਪਰੂਵ ਕਰਨ ਲਈ ਤੁਹਾਡੇ ਕੀਮਤੀ ਕਮੈਂਟ ਸਾਨੂੰ ਜ਼ਰੂਰ ਚਾਹੀਦੇ ਨੇ। ਕਿਰਪਾ ਕਰਕੇ ਸਾਡੀ ਰੋਜ਼ ਦੀ ਚਰਚਾ ਬਾਰੇ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਜੀ। ਸੋ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।